बिस्मिल्लाहिर्रहमानिर्रहीम अस्सलाम वालेकुम दोस्तों, की हाल चाल जी? ठीक ठाक हो? मेरा एक ज़ाती सवाल है जो भाई बगे मैं तुहाडे कोल करना जे, ठीक है ना। गल इस तरह कि कुछ लोग साडे दोस्त ने या कुछ ऐसे मैसेज भी आ रहे हैं कि जिन्हां दे मुर्गियां इस टाइम मतलब तैयार ने होर 10 दिनों या 15 दिनों या हो सकता महीने नूं आंडा देना शुरू कर दे, क्योंकि मुर्गी जिहड़ी आ ओह आंडे वाली जिहड़ी तुसीं मुर्गी कह रहे सी ओह विकदी ते पई नहीं हैगी, खरीददा कोई नहीं पिया क्योंकि सीजन नहीं हैगा मुर्गी दा। बंदा परेशान होकर बैठा दा, मतलब सीजन नहीं हैगा मुर्गी दा ना, आंडे वाली मुर्गी दा सीजन नहीं हैगा। अगर ओह उन्हां दोस्तां दी मुर्गियां जिहड़ियां आंडा देना शुरू कर दिंदियां ने 10 दिनों बाद 15 दिनों बाद महीने बाद, ते उन्हां दा की हल है? ओह किस तरीके नाल अपना आंडा सेल करन? ਉਹ ਇਸ ਤਰੀਕੇ ਕਰਨ ਕਿ ਜਿਹੜਾ ਅੱਜ ਤੋਂ ਕੋਈ ਜਦੋਂ ਆਂਡਾ ਦੇਣਾ ਸ਼ੁਰੂ ਕਰ ਦੇਣਾ ਮੁਰਗੀ, ਹਾਂ ਉਹ ਇੱਕ ਹਫਤਾ ਤੇ ਆਂਡਾ ਸਮਝ ਛੋਟਾ ਹੁੰਦਾ ਜਾਣਾ, ਠੀਕ ਹੈ। ਤੇ ਇੱਕ ਹਫਤੇ ਦੇ ਬਾਅਦ ਫਿਰ ਸਮਝ ਅਗਰ ਅੱਜ 100 ਮੁਰਗੀ ਆਂਡਾ ਤਾਂ ਕੱਲ ਯਾਰ 200 ਮੁਰਗੀ ਆਂਡਾ ਦੇਗੀ, ਠੀਕ ਹੈ। 10 ਦਿਨਾਂ ਤੋਂ ਬਾਅਦ ਯਾਰ ਆਂਡਾ ਜਦੋਂ ਵੇਖਣਾ ਪੇਟੀ ਹੋਣ ਲੱਗ ਪਈ ਆ, ਤੇ ਉਹ ਹੈਚਰੀ ਜਿਹੜੇ ਜਿੱਥੇ ਵੀ ਹਰਨ ਲੱਗੇ ਹੈਚਰੀਆਂ ਨੇ ਜਾ ਕੇ ਹੁਣੇ ਰਾਬਤਾ ਕਰ ਲੈਣਾ, ਠੀਕ ਹੈ, ਤਾਂ ਕਿ ਇਹ 4-5 ਮਹੀਨੇ ਹੈਚਰੀਆਂ ਨੇ ਆਂਡਾ ਜਾਣਾ 10ਵੇਂ 11ਵੇਂ ਮਹੀਨੇ ਤੱਕ ਖਰੀਦਣਾ ਆਂਡਾ, ਠੀਕ ਹੈ। ਤੇ 10ਵੇਂ ਮਹੀਨੇ ਤੱਕ ਜਿਹੜਾ ਆਂਡਾ ਹੈਚਰੀ ਨੇ ਖਰੀਦਣਾ ਹੋਣਾ, ਹਾਂਜੀ, ਤੇ ਉਹ ਆਪਣੀ ਜਿਹੜੀ ਮੁਰਗੀ ਆ ਨਾ, ਤੇ ਹੁਣ ਕਿਉਂਕਿ ਪਾਲ ਤੇ ਗਈ ਆ ਔਖੀ ਸੌਖੀ ਆ ਪਾਲ ਗਈ ਹੈ ਜ਼ਾਹਰ ਹੈ। ਗੱਲ ਇਸ ਤਰ੍ਹਾਂ ਕਿ ਹੁਣ ਉਹ ਇਸ ਤਰ੍ਹਾਂ ਕਰ ਲੈਣ ਕਿ ਉਹਦਾ ਆਂਡਾ ਹੈਚਰੀ ਦੇ ਕੇ ਨਾ, ਤੇ ਜਿਹੜਾ ਉਹਨਾਂ ਨੂੰ ਨੁਕਸਾਨ ਜਿਹੜਾ ਘਾਟਾ ਵਾਧਾ ਨਾ ਆਪਣੇ ਪੈਸੇ ਪੂਰੇ ਕਰ ਲੈਣ, ਠੀਕ ਹੈ, ਤੇ ਬਾਅਦ ਚ ਉਹ ਮੁਰਗੀ ਆਪਣੀ ਸੇਲ ਕਰਕੇ ਨਾ, ਤੇ ਅੱਗੇ ਸੀਜ਼ਨ ਨੂੰ ਉਦੋਂ ਕਿਹਾ ਕਿ ਬਾਅਦ ਚ ਫਿਰ ਸੈਲਫ ਸੇਲ ਕਰਨ ਦੇਣੀ ਨਹੀਂ, ਸਰਦੀਆਂ ਅੱਗੇ ਸਰਦੀ ਆਈ ਨਹੀਂ ਨਾ। ਹੁਣ ਦੋਸਤੋ ਤੁਹਾਨੂੰ ਮਸ਼ਵਰਾ ਹੈ ਕਿ ਤੁਸੀਂ ਨਾ ਫਿਲਹਾਲ ਜਿਹੜੀ ਮੁਰਗੀਆਂ ਆਂਡੇ ਵਾਲੀਆਂ ਨਾ, ਹਾਂਜੀ, ਉਹ ਹੈਚਰੀ ਨਾਲ ਕਰਕੇ ਤੇ ਹੈਚਰੀ ਆਂਡਾ ਤੁਹਾਡਾ ਖਰੀਦ ਦੇਵੇਗੀ, ਹਾਂਜੀ, ਉਸ ਤੋਂ ਜਿਹੜਾ ਅਗਲਾ ਆਂਡਾ ਹੋਏਗਾ ਸਿਆਲ ਸੀਜ਼ਨ ਲਾ ਕੇ ਤੇ ਐਂਡ ਤੇ ਜਾ ਕੇ ਮੁਰਗੀ ਵੇਚ ਛੜਿਓ। ਬਿਲਕੁਲ ਇਸ ਤਰ੍ਹਾਂ ਹੀ ਆ, ਯਾਨੀ ਕਿ ਹੁਣ ਜਿਹੜੀ ਮੁਰਗੀ ਤਿਆਰ ਹੋ ਚੁੱਕੀ ਆ ਉਹਦਾ ਆਂਡਾ ਲਿਆ ਜਾਏ, ਉਹਨੂੰ ਕੋ ਆਂਡਾ ਲੈ ਕੇ ਨਾ ਤੇ ਹੈਚਰੀ ਨਾਲ ਪਹਿਲੇ ਗੱਲ ਕਰ ਲਓ, ਹੈਚਰੀ ਨਾਲ ਪਹਿਲੇ ਰਾਬਤਾ ਕਰ ਲਿਆ ਜਾਏ, ਤੇ ਜਿੰਨੀ ਵਿਕਦੀ ਆ ਵਿੱਚੋਂ ਵੇਚ ਲਓ, ਜਿੰਨੀ ਨਹੀਂ ਵਿਕਦੀ ਉਹ ਆਂਡਾ ਦੇਣ ਡਿਆ ਪਏ ਤਾਂ ਵੀ ਨੁਕਸਾਨ ਕੋਈ ਨਹੀਂ, ਉਹਨੇ 8-10 ਰੁਪਏ ਦੀ ਫੀਡ ਖਾਣੀ ਆ, ਠੀਕ ਹੈ, ਤੇ ਚਲੋ ਅੱਧੋ ਅੱਧ ਦੇਗੀ ਨਾ, ਹਾਂ ਬਿਲਕੁਲ 20 ਰੁਪਏ ਦਾ ਆਂਡਾ ਵੀ ਵਿਕੇ, ਹਾਂ 20-25 ਰੁਪਏ ਦਾ ਵੇਚਦਾ ਪਿਆ, 30 ਰੁਪਏ ਦਾ ਆਂਡਾ ਲੈਂਦੇ ਨੇ, ਠੀਕ ਹੈ, ਅਗਰ ਆਂਡਾ ਅਗਰ 30 ਰੁਪਏ ਦਾ ਵੀ ਮਿਲੇਗਾ ਸਮਝ 12-14 ਹਜ਼ਾਰ ਦੀ ਪੇਟੀ ਵਿਕ ਜਾਂਦੀ ਹੈ। ਤੇ ਦੋਸਤੋ ਜਿਹੜਾ ਉਹਦਾ ਪਿਛਲਾ ਨੁਕਸਾਨ ਘਾਟਾ ਵਾਧਾ ਹੋਏਗਾ ਪੂਰਾ, ਜਿਹੜਾ ਮੁਰਗਾ ਹੋਏਗਾ ਜਿਹਦੇ ਨਾਲ 1200 ਗ੍ਰਾਮ ਦਾ ਲਿਆਵੇ ਪੱਕੀ ਆ ਜਾਏਗੀ, ਹਾਂ, ਤੇ ਬਗੈਰ ਕਿਸੇ ਪੁੱਛਣ ਗਿੱਛਣ ਤੁਸੀਂ ਲਾਹੌਰ ਮੰਡੀ ਖੜ ਕੇ ਵੇਚ ਸਕਦੇ ਜੀ, ਬਿਲਕੁਲ ਠੀਕ ਹੈ। ਇਸ ਵਾਸਤੇ ਉਹ ਤੁਹਾਡਾ ਫਿਰ 1200 ਗ੍ਰਾਮ ਪੱਕਾ, ਤਾਂ ਕਿ ਉਧਰੋਂ ਮੁਰਗੀ ਜਦੋਂ ਆਂਡਾ ਦੇਗੀ ਤੇ ਮੁਰਗਾ ਵੀ 1200 ਗ੍ਰਾਮ ਦਾ ਪੱਕਾ ਹੋਈ ਨਾ, ਮਤਲਬ ਕਿ 1200 ਗ੍ਰਾਮ ਦੇ ਥੱਲੇ ਤੇ ਲਾਹੌਰ ਨਹੀਂ ਲੈਂਦਾ ਹੈਗਾ, ਉਹਦੇ ਕੋਲ ਮੁਰਗਾ ਪਕਾਉਂਦੇ ਰਹੋ, ਠੀਕ ਹੈ, ਤਾਂ ਕਿ ਤੁਹਾਡੀ ਫੀਡ ਦਾ ਖਰਚਾ ਜਿਹੜਾ ਨਿਕਲਦਾ ਰਹੇ, ਠੀਕ ਹੈ, ਤੇ ਮੁਰਗੀ ਕਿਉਂਕਿ ਹੁਣ ਬੇਜਵਾਨ ਤਿਆਰ ਕਰਤੇ ਰਹੇ, ਹੁਣ ਬਾਹਰ ਤਾਂ ਸੁੱਟਣਾ ਹੀ ਕਿਤੇ ਨਹੀਂ, ਠੀਕ ਹੈ, ਕਿਉਂਕਿ ਰਕਮ, ਹਾਂਜੀ, ਤੇ ਰਕਮ ਲਾਈ ਦੀ ਆ, ਤੇ ਕੋਈ ਐਸੀ ਗੱਲ ਨਹੀਂ, ਮੁਰਗੀ ਵੀ ਤੁਹਾਡੇ ਕੋਲ ਹੀ ਰਹਿਣੀ, ਮੁਰਗਾ ਵੀ ਤੁਹਾਡੇ ਕੋਲ ਹੀ ਆ, ਠੀਕ ਹੈ, ਤੇ ਜਿਹੜਾ ਮੁਰਗਾ ਵੀ ਜਿੰਨਾ ਤੁਹਾਡਾ ਛਾਂਡੀ ਹੁੰਦਾ ਨਾ ਉਹ ਛਾਂਡ ਕੇ ਵੇਚੀ ਜਾਓ, ਠੀਕ ਹੈ, ਜੇ ਕਿਉਂਕਿ ਫੇਰੀ ਵਾਂਗ 1-2 ਐਸੇ ਹੱਥ 'ਚ ਕੋਈ ਰੁਪਈਆ ਤੁਹਾਨੂੰ 50-50 ਹਜ਼ਾਰ ਦੇਣਾ ਵੀ ਪੈ ਜੇ ਨਾ, ਤੇ ਦੋਸਤੋ ਕੋਈ ਗੱਲ ਨਹੀਂ, ਉਹਨਾਂ ਨੂੰ ਦੇਖ ਕੇ ਵੀ ਨਾ ਤੇ ਉਹਨਾਂ ਨੂੰ ਲਵਾ ਲਓ, ਕਿਉਂਕਿ ਉਹਨਾਂ ਨੂੰ ਪੱਕੇ ਲਾ ਲਓ ਤਾਂ ਕਿ 2 ਫੇਰੀ ਵਾਂਗ ਬਹੁਤੇ ਨਾ, ਤੇ 20-30 ਹਜ਼ਾਰ ਰੁਪਇਆ ਲੈ ਕੇ ਆਉਂਦੇ ਨੇ ਸ਼ਾਮ ਨੂੰ, ਠੀਕ ਹੈ, ਤੇ 50,000 ਰੁਪਇਆ ਰੋਜ਼ਾਨਾ ਲੈ ਕੇ ਆਉਣ ਨਾਲ ਸਮਝ 2 ਦਿਨਾਂ ਦਾ ਲੱਖ ਰੁਪਇਆ ਬਣ ਜਾਂਦਾ, ਠੀਕ ਹੈ, ਤੇ ਤੁਹਾਡਾ ਚੰਗਾ ਭਲਾ ਗੁਜ਼ਾਰਾ ਜਿਹੜਾ ਫੀਡ ਨਗਦ ਵੀ ਲਿਆਈ ਜਾਂਦੀ ਆ, ਤੇ ਜਿਹੜਾ ਮਾਲ ਦਾ ਵਜ਼ਨ ਕਰਨਾ ਵਾ, ਜਿਹੜੇ ਫੇਰੀ ਵਾਂਗ ਨੇ ਅਗਰ ਬਾਹਰ ਰੇਟ 700 ਹੋਏਗਾ ਤੇ ਉਹਨਾਂ 800 ਹੀ ਭਰਨਾ, ਠੀਕ ਹੈ, ਉਹਨਾਂ ਰੇਟ ਸਭ ਮਹਿੰਗਾ ਵੀ ਭਰ ਲੈਣਾ ਵਾ, ਲੇਕਿਨ ਤੁਹਾਡੇ ਦੋ ਪਾਸੇ ਸਰਕਸ ਜਿਹੜੇ ਚੱਲਦੇ ਰਹਿਣਗੇ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਮੁਰਗੀ ਆ ਆਂਡੇ ਵਾਲੀ ਤਿਆਰ ਹੋ ਰਹੀਆਂ ਨੇ, ਹਾਂ ਠੀਕ ਹੈ ਨਾ, ਕਿਉਂਕਿ ਕਈ ਦੋਸਤਾਂ ਨੇ ਜਿਹਨਾਂ ਨੇ ਮਿਕਸ ਮਾਲ ਜਿਹੜਾ ਨਹੀਂ ਚੁਕਾਇਆ, ਉਹਨਾਂ ਦੇ 100 ਦਿਨ ਦਾ ਜਾਨਵਰ ਹੋ ਗਿਆ, ਹਾਂ, ਤਾਂ ਕਿਉਂਕਿ ਹਾਂਜੀ ਮਹੀਨੇ ਡੇਢ ਤੱਕ 20 ਮਹੀਨੇ ਤੱਕ ਉਹਨੇ ਆਂਡਾ ਦੇਣਾ ਸ਼ੁਰੂ ਕਰ ਦੇਣਾ ਜੀ। ਪਰੇਸ਼ਾਨ ਨਾ ਹੋਣ, ਉਹ ਪਹਿਲੇ ਸਭ ਤੋਂ ਪਹਿਲੇ ਜਨਾਬ ਆਂਡਾ ਸ਼ੁਰੂ ਹੋਣ ਤੋਂ ਪਹਿਲੇ ਹੀ ਹੈਚਰੀ ਵਾਲਿਆਂ ਨਾਲ ਰਾਬਤਾ ਕਰ ਲੈਣ ਕਿ ਭਾਈ ਜੀ ਤੁਸੀਂ ਸਾਡਾ ਇੰਨੀ ਮੁਰਗੀ ਹੈ, ਸਾਡਾ ਇੰਨਾ ਆਂਡਾ ਹੋ ਜਾਣਾ ਕਰਨਾ ਹੈ, ਤੁਸੀਂ ਕਿੰਨੇ ਚ ਖਰੀਦੋਗੇ ਜਾਂ ਨਹੀਂ ਖਰੀਦੋਗੇ, ਪਹਿਲੇ ਇਹ ਗੱਲ ਉਹ ਕਰ ਲੈਣ, ਨਾਲ ਮੁਰਗੀ ਵੀ ਸੇਲ ਕਰੀ ਜਾਣ, ਅਗਰ ਸੇਲ ਹੁੰਦੀ ਹੈ ਤੇ ਖੋਜ ਕਰ ਦੇਣ, ਅਗਰ ਨਾ ਸੇਲ ਹੋਵੇ ਤੇ ਫਿਰ ਪਰੇਸ਼ਾਨੀਆਂ ਹੋਣਾ, ਉਹ ਗਲੀ ਮਹੱਲੇ 'ਚ ਤੇ ਆਂਡਾ ਵਿਕਦਾ ਨਹੀਂ ਹੈਗਾ, ਹੈਚਰੀ 'ਚ ਹੀ ਆਂਡਾ ਇਸ ਟਾਈਮ ਸੇਲ ਹੋਣਾ ਜੇ, ਤੇ ਤੁਸੀਂ ਅਗਰ ਤੁਹਾਡੀ ਮੁਰਗੀ ਤਿਆਰ ਹੋ ਰਹੀ ਹੈ ਆਂਡੇ ਵਾਸਤੇ ਮਹੀਨੇ 10 ਦਿਨਾਂ ਤੱਕ, ਤੇ ਤੁਸੀਂ ਜਨਾਬ ਉਹਨੂੰ ਡੱਕ ਲਵੋ, ਮੁਰਗੀ ਅਗਰ ਵੇਚਦੀ ਤੇ ਵੇਚ ਦੋਗੇ, ਨਹੀਂ ਵੇਚਦੀ ਤੇ ਪਰੇਸ਼ਾਨ ਨਹੀਂ ਹੋਣਾ, ਤੁਸੀਂ ਆਂਡਾ ਲਵੋ ਤੇ ਹੈਚਰੀ ਵਿੱਚ ਲਗਾਓ, ਲੇਕਿਨ ਹੈਚਰੀ ਵਾਲਿਆਂ ਨਾਲ ਹੁਣੇ ਰਾਬਤਾ ਕਰੋ, ਉਹਨਾਂ ਨੂੰ ਪਹਿਲੇ ਪੁੱਛੋ, ਉਹਨਾਂ ਨਾਲ ਪਹਿਲੇ ਗੱਲਬਾਤ ਕਰੋ ਕਿ ਭਾਈ ਜੀ ਸਾਡੇ ਕੋਲ ਇੰਨੀ ਮੁਰਗੀ ਆ, ਇੰਨਾ ਆਂਡਾ ਹੋ ਜਾਣਾ ਕਰਨਾ ਆ, ਕ੍ਰਾਸਿੰਗ ਆਂਡਾ ਸਾਡਾ ਮੁਰਗਾ ਵੀ ਵਿੱਚ ਹੈਗਾ ਜੇ, ਤੇ ਤੁਸੀਂ ਦੱਸੋ ਕਿ ਖਰੀਦੋਗੇ ਕਿ ਜਾਂ ਨਹੀਂ ਖਰੀਦੋਗੇ, ਕਿਸ ਰੇਟ 'ਚ ਖਰੀਦੋਗੇ, ਇਹ ਗੱਲਾਂ ਬਾਤਾਂ ਜਨਾਬ ਤੁਸੀਂ ਪਹਿਲੇ ਕਰ ਲਵੋ। ਉਸ ਤੋਂ ਬਾਅਦ ਅਗਰ ਤੇ ਉਹ ਤੁਹਾਡਾ ਡੀਲ ਕਰ ਲੈਂਦੇ ਨੇ, ਅਗਰ ਤੋਂ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਤੁਹਾਡਾ ਆਂਡਾ ਚੁੱਕ ਲੈਨੇ ਆ, ਲੈ ਲਾਂਗੇ ਆਂਡਾ, ਤੇ ਫਿਰ ਜਨਾਬ ਤੁਸੀਂ ਮੁਰਗੀ ਨੂੰ ਵੇਚਣ ਦੀ ਕੋਸ਼ਿਸ਼ ਨਹੀਂ ਕਰਨੀ, ਫਿਰ ਤੁਸੀਂ ਜਨਾਬ ਉਹਨੂੰ ਰੱਖਣਾ ਜੇ, ਤਾਂ ਕਿ ਜਦੋਂ ਚੜ੍ਹਦੀਆਂ ਸਰਦੀਆਂ ਦੇ ਵਿੱਚ ਤੋਂ ਪਹਿਲੇ ਤੁਹਾਡਾ ਆਂਡਾ ਜਨਾਬ ਆਂਡੇ ਦੀ ਮਿਕਦਾਰ ਜ਼ਰਾ ਬਿਹਤਰ ਹੋ ਜਾਏਗੀ। ਇਸ ਤਰ੍ਹਾਂ ਹੀ ਨਾ, ਇਹ ਹੈਚਰੀ ਚੁੱਕੇਗੀ ਤੇ ਹੈਚਰੀ ਨੂੰ ਦੇਈ ਜਾਇਓ, ਅਗਰ ਨਹੀਂ ਤੇ ਫਿਰ ਗਲੀ ਮਹੱਲੇ 'ਚ ਤੇ ਸਰਦੀਆਂ 'ਚ ਵਿਕਣਾ ਹੀ ਵਿਕਣਾ, ਦੁਕਾਨਦਾਰਾਂ ਨੇ ਖੁਦ ਹੀ ਆ ਕੇ ਲੈ ਜਾਣਾ ਕਰਨਾ ਡੀਲਰਾਂ ਨੇ। ਜਿੱਡਾ ਮਰਜ਼ੀ ਵੀ ਫਾਰਮ ਵੱਡਾ ਹੋਵੇ ਜਾਂ ਛੋਟਾ ਹੋਵੇ, ਹਾਂ, ਲੇਕਿਨ ਹਰ ਫਾਰਮ ਹਰ ਪਿੰਡ ਦੇ ਵਿੱਚ 2-4 ਫੇਰੀਵਾਨ ਤੇ ਆਂਦੇ ਰਹਿੰਦੇ ਨੇ, ਇੱਕ ਉਹਨਾਂ ਨੂੰ ਤੁਸੀਂ ਕਾਬੂ ਕਰੋ,
ਉਹਨਾਂ ਨੂੰ ਕਾਬੂ ਕਰੋ। ਸਮਝ ਕਾਬੂ ਕਰਨਾ ਕਿਸ ਤਰ੍ਹਾਂ ਹੈ? ਕਾਬੂ ਆ ਹੀ ਨਹੀਂ ਨਾ ਰਹੇ। ਨਹੀਂ ਆ ਜਾਂਦੇ ਨੇ ਕਾਬੂ, ਕਿਉਂ ਨਹੀਂ ਆਉਂਦੇ ਕਾਬੂ? ਉਹਨਾਂ ਦਾ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਕਹੋ ਯਾਰ ਇਸ ਤਰ੍ਹਾਂ ਗੱਲ ਹੈ, ਯਾਰ ਮਾਲ ਵੇਚਣਾ ਵਾ, ਠੀਕ ਹੈ, ਤੇ ਉਹ ਤੁਹਾਨੂੰ ਚਾਹ ਪਾਣੀ ਪਿਆਓਗੇ ਤੇ ਤੁਹਾਡੇ ਚਾਹ ਪਾਣੀ ਦੇ ਸਿਰ ਤੇ ਕਿਤੇ ਵੀ ਨਹੀਂ ਜਾਏਗਾ ਉਹ, ਠੀਕ ਹੈ। ਉਹ ਤੁਹਾਨੂੰ ਤੁਸੀਂ ਉਹਦੇ ਨਾਲ ਪਿਆਰ ਕਰੋਗੇ, ਉਹ ਹੀ ਤੁਹਾਨੂੰ ਜ਼ਿਆਦਾ ਪਿਆ, ਉਹਨੂੰ ਪਤਾ ਕਿ ਯਾਰ ਮੇਰਾ ਰੁਜ਼ਗਾਰ ਆ, ਮੇਰੇ ਤੋਂ ਰੋਟੀ ਲੱਭਣੀ ਆ, ਠੀਕ ਹੈ, ਤੇ ਯਾਰ ਇਹ ਬੰਦੇ ਕੋਲ ਮਾਲ ਵੀ ਹੈ ਵਾ, ਤੇ 2-3 ਫੇਰੀਵਾਨ ਲਾ ਲੋਗੇ ਨਾ, ਤੇ ਉਹਨਾਂ ਜਿੰਨਾ ਤੱਕ ਗੱਡੀ ਨਾਲ ਤੁਹਾਡੀ ਲੱਗੇ ਉਦੋਂ ਤੱਕ 2 ਫੇਰੀਵਾਨਾਂ ਤੁਹਾਡਾ ਜਿਹੜਾ ਹੱਥ ਪੈਣਾ ਸੁੱਕਣ ਨਹੀਂ ਦੇਣਾ, ਉਹਨਾਂ ਤੁਹਾਨੂੰ ਪੈਸੇ ਦਿੰਦੇ ਰਹਿਣਾ। ਭਾਜੀ ਤੁਸੀਂ ਫੇਰੀਵਾਨ ਉਹਨਾਂ ਫੇਰੀਵਾਨਾਂ ਦੀ ਗੱਲ ਕਰਦੇ ਪਏ, ਚਾਈਨਾ ਵਾਲਿਆਂ ਦੇ ਫੇਰੀਵਾਨਾਂ ਦੀ ਗੱਲ ਕਰਦੇ ਪਏ, ਜਿਹੜੇ ਅਕੀਦੇ ਦੇ ਜਾਂ ਗੱਲ ਦੇ ਪੱਕੇ ਹੁੰਦੇ ਨੇ। ਇਹ ਪਾਕਿਸਤਾਨੀ ਫੇਰੀਵਾਨਾਂ ਦੀ ਤੁਸੀਂ ਗੱਲ ਕਰਦੇ ਪਏ ਹੋ, ਇਹ ਪਾਕਿਸਤਾਨੀ ਫੇਰੀਵਾਨਾਂ ਦੀ ਗੱਲ ਹੋ ਰਹੀ ਆ। ਇਹ ਉਹਨਾਂ ਦੀ ਫੇਰੀਵਾਨ ਇਸ ਤਰੀਕੇ ਨਾਲ ਹੀ ਹੋਣੀ ਆ। ਉਹ ਜਨਾਬ ਅੱਜ ਕੀਤੇ ਆ, ਕੱਲ ਕੀਤੇ ਆ, ਉਹ ਕਿਸੇ ਦੇ ਯਾਰ ਨਹੀਂ ਹੈਗੇ ਫੇਰੀਵਾਨ। ਇਹਨਾਂ ਥੱਲੇ ਬੇਸ਼ੱਕ ਪੈਸੇ ਵੀ ਲਾ ਦਿਆਂਗੇ ਨਾ, ਫਿਰ ਵੀ ਉਹਨਾਂ ਨੇ ਜਨਾਬ ਗੱਲ ਨਹੀਂ ਸੁਣਨੀ ਹੈ ਕਿ ਫਿਰ ਵੀ ਉਹ ਜਨਾਬ 10 ਲਾ ਕੇ ਛੱਡਦੇ ਨੇ। ਇਹ ਪਾਕਿਸਤਾਨੀ ਲੋਕ ਹੈਗੇ ਨੇ। ਇਹ ਮਤਲਬ ਕਿ ਪਤਾ ਕੀ, ਮੈਂ ਤੁਹਾਡੀ ਗੱਲ ਠੀਕ ਆ, ਜਿਹੜੇ ਨਾ ਪੁਰਾਣੇ ਬੰਦੇ ਉਹਨਾਂ ਕੋਲੋਂ ਫੇਰੀਵਾਨ ਅੱਕ ਗਏ ਦੇ ਆ, ਅੱਕ ਗਏ ਦੇ ਆ, ਸਿੱਧੀ ਗੱਲ ਆ। ਅੱਛਾ, ਲੇਕਿਨ ਉਹ ਨਵੇਂ ਬੰਦੇ ਨੂੰ ਲੱਭਦੇ ਨੇ, ਠੀਕ ਹੈ, ਲੇਕਿਨ ਨਵੇਂ ਬੰਦਾ ਵੀ ਉਹਨਾਂ ਨੂੰ ਅੱਗੇ ਲੱਭੇਗਾ ਨਾ ਤੇ ਕੰਮ ਸੈੱਟ ਹੋ ਜਾਏਗਾ। ਤੇ ਉਹ ਜੇ ਨਵੇਂ ਬੰਦੇ ਫਾਰਮ ਤੇ ਨਾ ਉਹ ਫੇਰੀ ਵਾਲੇ ਸਮਝ ਲੱਭਦੇ ਨੇ ਨਵਾਂ ਬੰਦਾ, ਉਹ ਤਾਂ ਲੱਭਦੇ ਪਏ ਨੇ ਕਿ ਜੇ ਪੁਰਾਣੇ ਬੰਦੇ ਨੂੰ ਬੜਾ ਰੇਟ ਵੜ ਕੇ ਦੇਣ ਦੇ ਨੇ। ਠੀਕ ਹੈ। ਦੇਖੋ ਇੱਕ ਮੈਨੂੰ ਆਪਣੇ ਇਲਾਕੇ ਦੇ ਬੰਦਾ ਕੱਲ ਹੀ ਮਿਲਿਆ ਹੀ ਹੈ, ਅੱਛਾ, ਉਹਨੇ 10 ਫੇਰੀਵਾਨ ਘੇਰੇ ਦੇ ਨੇ, ਠੀਕ ਹੈ। 10 ਫੇਰੀਵਾਨ ਨੂੰ ਕਾਬੂ ਕੀਤਾ ਤਾਂ ਥੱਲੇ ਪੈਸੇ ਲਾਏ ਨੇ। ਫੇਰੀਵਾਨ ਦੇ ਰੁਪਏ 1.5-2 ਲੱਖ ਲਾ ਪਾਇਆ ਦਾ ਥੱਲੇ, ਠੀਕ ਹੈ। ਤੇ ਮਾਲ ਉਹ ਵੀ 30-40 ਕਿਲੋ ਰੋਜ਼ ਵੇਚਦੇ ਨੇ, ਠੀਕ ਹੈ, ਇੱਕ ਫੇਰੀਵਾਨ, ਇੱਕ ਫੇਰੀਵਾਨ ਨੂੰ। ਤੇ ਲੇਕਿਨ ਉਹਨਾਂ ਨੂੰ ਰੇਟ ਲੱਗਦਾ ਪਿਆ 850 ਰੁਪਏ। ਅੱਛਾ, ਹਾਂਜੀ, ਕਿਲੋ ਨਹੀਂ, 3-850 1 ਰੁਪਏ ਘੱਟ 40 ਵੀ ਨਹੀਂ ਲਾਂਦਾ ਪਿਆ। ਠੀਕ ਹੈ। ਕਹਿੰਦਾ ਜਾਂ ਤੇ ਭਾਈ ਮੇਰੇ ਪੈਸੇ ਦੇ ਦਿਓ ਤੇ ਜਾਂ ਸਾਡਾ ਮੇਰਾ ਮਾਲ ਵੇਚੋ। ਠੀਕ ਹੈ। ਜਿੱਥੋਂ ਤੁਹਾਨੂੰ ਉਹਨਾਂ ਕਿਹਾ ਜੀ ਸਾਨੂੰ ਬਾਹਰੋਂ 700 ਮਾਲ ਮਿਲਦਾ, ਕਹਿੰਦਾ ਭਾਵੇਂ ਬਾਹਰੋਂ ਤੁਹਾਨੂੰ 600 ਮਿਲਦਾ ਨਾ, ਠੀਕ ਹੈ, ਤੇ ਜਾ ਕੇ ਤੇ ਸਾਡੇ ਪੈਸੇ ਦਿਓ, ਜਿੱਥੋਂ ਜਾ ਕੇ ਮਰਜ਼ੀ ਲਵੋ। ਠੀਕ ਹੈ। ਅਤੇ ਫੇਰੀਵਾਨ ਉਹਨਾਂ ਮਤਲਬ ਬੰਦਾ ਨਾ ਤੜੀ ਨਾਲ 850 ਪਵਾਉਣ ਡਿਆ ਵਾ। ਅੱਛਾ, ਫੇਰੀਵਾਨ ਜਿਹੜਾ 700 ਸਾਨੂੰ ਬਾਹਰੋਂ ਮਿਲਦਾ, ਅੱਛਾ, ਉਹ ਕਹਿੰਦਾ ਭਾਵੇਂ 600 ਹੀ ਮਿਲਦਾ ਹੋਇਆ ਨਾ ਭਾਈ, ਇਹੋ ਰੇਟ ਲਾਣਾ, ਇਸ ਤੋਂ ਘੱਟ ਕੇ ਤੇ ਰੁਪਈਆ ਅਸੀਂ ਵੀ ਖਰਚਾ ਕੀਤਾ ਉੱਥੇ। ਠੀਕ ਹੈ, ਬਿਲਕੁਲ ਠੀਕ ਹੈ। ਇੰਨਾ ਮਹਿੰਗਾ ਮਾਲ ਪਾ ਕੇ ਖਰਚਾ ਕੀਤਾ ਤੇ ਬਾਹਰ ਰੇਟ ਡਾਊਨ ਹੋ ਗਿਆ ਤਾਂ ਅਸੀਂ ਇੰਨੇ ਪੈਸੇ ਕਾਹਦੇ ਵਾਸਤੇ ਲਾ ਕੇ ਬੈਠੇ ਹਾਂ। ਠੀਕ ਹੈ। ਤੇ ਸਾਡੇ ਤੁਹਾਨੂੰ ਪਤਾ ਵੀ ਆ ਕਿ 850 ਤੋਂ ਪੈਸੇ ਪੂਰੇ ਨਹੀਂ ਹੁੰਦੇ ਤੇ ਠੀਕ ਹੈ। 850 ਦੇ ਕੇ ਵੀ ਸਾਡੀ ਕਵਰ ਨਹੀਂ ਹੋਣ ਡਈ। ਠੀਕ ਹੈ। ਤੇ ਇਹ ਕਹੋ ਉਹਨੇ ਕਿਹਾ ਨਾ ਤਾਂ ਫੀਡ ਟੁੱਟੀ ਆ ਤੇ ਨਾ ਚੂਚਾ ਰੇਟ ਟੁੱਟਾ ਵਾ, ਤੇ ਮਾਰਕੀਟ ਸਮਝ ਜੀ ਉਹਨੂੰ ਡਾਊਨ ਕੀਤੀ ਆ ਤੇ ਉਹ ਭੁੱਖੇ ਮਰਦੇ ਕਰਨ ਦੇ ਨੇ। ਠੀਕ ਹੈ। ਤੇ ਅਸੀਂ ਤੇ ਰੱਜੇ ਤੇ ਅਸੀਂ ਕਿਉਂ ਡਾਊਨ ਕਰੀਏ ਵੀ ਆਪਣੀ। ਠੀਕ ਹੈ। ਤੇ ਅਸੀਂ ਲਿਆ 850 ਦੇਣਾ ਵਾ, ਤੇ ਬਾਕੀ ਉਹਨਾਂ 850 ਦਿੱਤਾ ਵਾ। ਠੀਕ ਹੈ। ਤੇ ਤਾਂ ਕਰਕੇ ਤੁਹਾਨੂੰ ਦੱਸਿਆ ਗੱਲ ਕਿ ਦੋਸਤੋ ਦੇਖੋ ਬਾਈ ਉਹਨਾਂ ਦੀ ਗੱਲ ਕਰਨ ਦਾ ਮਕਸਦ ਸਿਰਫ ਇਹੋ ਹੀ ਹੈ ਕਿ ਜਨਾਬ ਫੇਰੀਵਾਨ ਉਹਨਾਂ ਨੇ ਕਾਬੂ ਕੀਤੇ ਤੇ ਯਾਨੀ 1.5-2 ਲੱਖ ਰੁਪਏ ਉਹਨੇ 10 ਫੇਰੀਵਾਨਾਂ ਦੇ ਥੱਲੇ ਲਾਇਆ ਦਾ, ਤੇ ਔਰ ਇਸ ਟਾਈਮ ਉਹ ਭਾਈ ਹੁਣੀ ਕਹਿੰਦੇ ਨੇ ਕਿ 850 ਰੁਪਏ ਉਹ ਫੇਰੀਵਾਨ ਨੂੰ ਦੇ ਰਿਹਾ, ਤੇ ਬਾਹਰ ਫੇਰੀਵਾਨ ਕਿੰਨੇ ਦਾ ਵੇਚਦੇ ਹੋਣਗੇ। ਠੀਕ ਹੈ ਜੀ। ਬਾਹਰ ਫੇਰੀਵਾਨ ਕਹਿੰਦੇ ਨੇ ਕਿ ਜਨਾਬ ਬਾਹਰ ਸਾਨੂੰ ਨਾਰੋਵਾਲ ਦੇ ਅੱਗੇ ਪਿੱਛੇ ਹਰ ਪਾਸੇ ਜਨਾਬ 700 680 ਰੁਪਏ 700 ਰੁਪਏ ਕਿਲੋ ਦਾ ਮਿਲਦਾ ਪਿਆ। ਉਹਨੇ ਕਿਹਾ ਭਾਈ ਜੀ ਮੇਰੇ ਪੈਸੇ ਦਿਓ ਤੇ ਬਾਹਰ ਜਾ ਕੇ ਵੇਚੋ। ਉਹਨੇ ਕਹਿੰਦਾ ਕਿ ਮੇਰੇ ਪੈਸੇ ਦਿਓ ਤੇ ਬਾਹਰ ਜਾ ਕੇ ਵੇਚੋ, ਜਿੱਦਾਂ ਮਰਜ਼ੀ ਜਾ ਕੇ ਵੇਚੋ, ਮੇਰੇ ਪੈਸੇ ਦੇਵੋ ਤੇ ਜਿੱਦਾਂ ਮਰਜ਼ੀ ਜਾ ਕੇ ਵੇਚੋ। ਇਸ ਕਰਕੇ ਉਹਨੇ ਕਿਹਾ ਭਾਈ ਜੀ ਮੇਰਾ 850 ਚ ਹੀ ਮੈਂ ਵੇਚਣਾ, ਕਿਉਂਕਿ ਮੈਨੂੰ ਮੇਰੇ ਪੈਸੇ ਪੂਰੇ ਹੁੰਦੇ ਨੇ 850 ਦੇ ਵਿੱਚ, ਮੈਂ ਵੀ ਖਰਚਾ ਕੀਤਾ ਹੋਇਆ। ਇਸ ਕਰਕੇ ਅਗਰ ਤੁਸੀਂ ਇਸ ਤਰੀਕੇ ਦੇ ਕੋਈ 2 4 5 7 ਗਾਹਕ ਫੇਰੀਵਾਨ ਤੁਸੀਂ ਕਾਬੂ ਕੀਤੇ ਦੇ ਹੋਣਗੇ ਨਾ, ਤੇ ਜਨਾਬ ਤੁਹਾਨੂੰ ਬਾਹਰੋਂ ਬੇਸ਼ੱਕ ਜਿੰਨਾ ਮਰਜ਼ੀ ਮੰਦਾ ਹੋਏ ਤੁਸੀਂ ਆਪਣੀ ਮਰਜ਼ੀ ਨਾਲ ਖੁਦ ਤੁਸੀਂ ਸੇਲ ਕਰ ਸਕਦੇ ਹੋ। ਇਸ ਕਰਕੇ ਭਾਈ ਹੁਣ ਗੱਲ ਕਰਨ ਦਾ ਮਕਸਦ ਸਿਰਫ ਇਹ ਹੈਗਾ ਜਨਾਬ ਫੇਰੀਵਾਨਾਂ ਨੂੰ ਵੀ ਕੰਟਰੋਲ ਕਰੋ। ਉਸ ਤੋਂ ਬਾਅਦ ਜਿਸ ਬੰਦੇ ਦੀ ਮੁਰਗੀ ਤਿਆਰ ਹੋ ਚੁੱਕੀ ਆ, ਤਿਆਰ ਹੋ ਰਹੀ ਆ, ਮਹੀਨੇ ਤੱਕ 10 ਦਿਨਾਂ ਤੱਕ ਉਹਨੇ ਆਂਡਾ ਦੇਣਾ ਸ਼ੁਰੂ ਕਰ ਦੇਣਾ ਆ, ਤੇ ਉਹ ਘਬਰਾਵੇ ਨਾ। ਉਹ ਸਭ ਤੋਂ ਪਹਿਲੇ ਜਾਵੇ ਹੈਚਰੀ ਦੇ ਵਿੱਚ, ਹੈਚਰੀ ਜਾ ਕੇ ਆਪਣਾ ਰਾਬਤਾ ਕਰੇ ਕਿ ਜਨਾਬ ਮੈਂ ਆਂਡਾ ਤੁਹਾਨੂੰ ਦੇਣਾ ਚਾਹੁੰਦਾ ਵਾ, ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਜਨਾਬ ਦੱਸੋ। ਅਗਰ ਉਹਨਾਂ ਨਾਲ ਤੁਹਾਡੀ ਡੀਲ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਮੁਰਗੀ ਨੂੰ ਆਪਣੀ ਕੋਲ ਰੱਖੋ, ਨਹੀਂ ਤਾਂ ਫਿਰ ਤੁਸੀਂ ਮੁਰਗੀ ਆਪਣੀ ਸੇਲ ਕਰ ਦਿਓ। ਤੇ ਹੁਣ ਜਨਾਬ ਭਾਈ ਬੱਗੇ ਸਾਹਿਬ ਨਾਲ ਸਾਡੀ ਗੱਲ ਹੋ ਗਈ ਆ, ਇਹਨਾਂ ਨੇ ਕਿਹਾ ਜਨਾਬ 2 ਦਿਨਾਂ ਦੇ ਵਿੱਚ ਤੁਹਾਡਾ ਸਾਰਾ ਮਾਲ ਅਸੀਂ ਮੁਕਾ ਦੇਣਾ ਜੇ। ਤੇ ਅੱਜ ਜਨਾਬ ਅੱਲਾ ਖੈਰ ਕਰਕੇ ਸਾਡਾ ਮਾਲ ਚੁੱਕਦੇ ਨੇ। ਜਨਾਬ ਇੱਕ ਨਜ਼ਰ ਮਾਰਨੇ ਸ਼ਹਿਰ ਦੇ ਉੱਤੇ, ਤੁਹਾਨੂੰ ਵੀ ਨਾ ਕਿਉਂਕਿ ਅੱਜ 10-15 ਦਿਨ ਹੋ ਗਏ ਤੋਂ ਬਾਅਦ ਜਨਾਬ ਤੁਹਾਨੂੰ ਵਿਊ ਵਿਖਾਉਣ ਲੱਗੇ ਆਪਣੇ ਸ਼ਹਿਰ ਦਾ। ਠੀਕ ਹੈ ਨਾ। ਇਸ ਕਰਕੇ ਕਿ ਜਦੋਂ ਦਾ ਜ਼ੈਨ ਦੇ ਤਾਇਆ ਜੀ ਫੋਤ ਹੋਏ ਨੇ ਉਸ ਤੋਂ ਬਾਅਦ ਅਸੀਂ ਉਸ ਆਪਣੇ ਸ਼ਹਿਰ ਦੀ ਵੀਡੀਓ ਨਹੀਂ ਬਣਾਈ ਹੈਗੀ। ਚੂਜ਼ੇ ਦੀ ਤੁਹਾਨੂੰ ਮਤਲਬ ਕਿ ਵਿਊ ਨਹੀਂ ਵਿਖਾਇਆ ਹੈਗਾ, ਚੂਜ਼ਾ ਨਹੀਂ ਤੁਹਾਨੂੰ ਵਿਖਾਇਆ, ਨਾਲ ਤੁਹਾਨੂੰ ਐਵਰੇਜ ਦੱਸਨੇ ਆ ਕਿ ਸਾਡੇ ਚੂਜ਼ੇ ਦੀ ਐਵਰੇਜ ਕਿੰਨੀ ਹੋ ਗਈ ਆ, ਤੇ ਨਾਲ ਜਨਾਬ ਤੁਹਾਨੂੰ ਦੱਸਣਾ ਕਿ ਸਾਡਾ ਚੂਜ਼ਾ ਰਹਿ ਕਿੰਨਾ ਗਿਆ। ਔਰ 2 ਦਿਨ ਦਾ ਟਾਈਮ ਭਾਈ ਬੱਗੇ ਨੇ ਦਿੱਤਾ ਗਿਆ, 2 ਦਿਨਾਂ ਦੇ ਵਿੱਚ ਤੁਹਾਡਾ ਸ਼ੈੱਡ ਖਾਲੀ ਹੋਏਗਾ। ਔਰ ਤੀਸਰੇ-ਚੌਥੇ ਦਿਨ ਅਸੀਂ ਅੱਲਾ ਖੈਰ ਕਰੇ ਤੇ ਨਵੇਂ ਫਲਾਗ ਦੀ ਤਿਆਰੀ ਸ਼ੁਰੂ ਕਰਾਂਗੇ। ਜੀ ਦੋਸਤੋ ਭਾਈ ਹੁਣੀ ਆ ਗਏ ਨੇ ਸਾਡਾ ਮਾਲ ਭਰਨ। ਲਓ ਜੀ ਗੱਡੀ ਸਾਡੇ ਤੇ ਆਓ ਤੁਹਾਨੂੰ ਦੱਸ ਦਿੰਦੇ ਆਪਣੇ ਸ਼ੈੱਡ ਦੀ ਸੂਰਤ ਹਾਲ। 15 ਕੁ ਦਿਨ ਹੋ ਗਏ ਅਸੀਂ ਸ਼ੈੱਡ ਵੱਲ ਨਹੀਂ ਗਏ, ਸ਼ੈੱਡ ਹੋ ਗਿਆ ਜੇ ਸਾਡਾ ਖਾਲੀ। ਅੱਲਾ ਕਰੇ ਖੈਰ, ਇਨਸ਼ਾਅੱਲਾ 2 ਦਿਨ ਦੇ ਵਿੱਚ ਸਾਰਾ ਮਾਲ ਅਸੀਂ ਖਾਲੀ ਕਰ ਦੇਣਾ ਜੀ। ਫਿਰ ਅੱਗੋਂ ਇਨਸ਼ਾਅੱਲਾ ਨਵਾਂ ਫਲਾਗ ਫਿਰ ਪਾਵਾਂਗੇ, ਫਿਰ ਸਾਰੀ ਅਪਡੇਟ ਦੱਸਾਂਗੇ ਤੁਹਾਨੂੰ। ਕਿਹੜਾ ਜੀ? ਹਾਂਜੀ ਬਾਬ ਜੀ ਕੀ ਕਹਿ ਰਹੇ ਹੋ? ਭਾਜੀ ਉਧਰ ਕਣਕ ਵਢੋਰੀ ਤੇ ਘਟਾ ਆਉਂਦਾ ਅੰਦਰ।
ਉਹ ਪਰੇ ਮੇਰੀ ਪੈਲੀ 'ਚ ਫਿਰਦਾ ਪਿਆ ਦਰਾਣਾ ਮੈਰ ਵਾਲੇ ਮਰਬੇ 'ਚ। ਹੀਟ ਤੇ ਵੈਸੇ 30 ਆ। ਹਾਂਜੀ ਪਰ ਬਹੁਤੀ ਹੈ ਨਾ ਹੀਟ 26 27 ਹੋਣੀ ਚਾਹੀਦੀ। ਦਰਵਾਜ਼ਾ ਖੋਲ ਆਇਓ ਹੈ। ਓਹੋ ਨਹੀਂ ਜਾਂਦੇ ਬਾਹਰ, ਇਹ ਗਿੱਜੇ ਤੇ ਜਾਣ ਤੇ ਆਪੇ ਆ ਜਾਂਦੇ ਨੇ ਅੰਦਰ। ਚਲੋ ਜੀ ਤਾਂ ਦੋਸਤੋ ਆ ਜੀ ਸਾਡਾ ਚੂਹਾ ਰਹਿ ਗਿਆ ਜੇ ਅੱਧੇ ਤੋਂ ਵੀ ਅੱਧਾ। ਉਹ ਬਸ ਫਿਰ ਕੁਛ ਮਸਲਾ ਬਣਿਆ ਜਿਹਦੀ ਵਜ੍ਹਾ ਤੋਂ ਨਹੀਂ ਅਸੀਂ ਮੁਕੰਮਲ ਵੀਡੀਓ ਦੱਸ ਸਕਦੇ ਤੁਹਾਨੂੰ। ਇਨਸ਼ਾਅੱਲਾ ਹੁਣ ਮੁਕੰਮਲ ਵਲੌਗ ਆਏ। ਭਾਜੀ ਫਿਰ ਫੜੀਏ ਮਾਲ? ਹਾਂ ਫੜੀਏ ਮਾਲ। ਚਲੋ ਠੀਕ ਹੋ ਗਿਆ ਜੀ। ਤਾਂ ਦੋਸਤੋ ਇਹ ਆ ਗਿਆ ਜੇ ਸਾਡਾ ਕੰਡਾ। ਨਹੀਂ ਇਹ ਆ ਗਿਆ ਜੇ ਸਾਡਾ ਕੰਡਾ। ਉੱਪਰ ਰੱਖਣ ਦੀ ਹੁਣ ਦਾਬੜਾ ਤਾਂ ਕਿ ਵਜ਼ਨ ਪੂਰਾ ਰਹੇਗਾ। ਕੰਡਾ ਕਰੀਏ ਹੁਣ 0-0 ਬੜੀਏ ਚੂਚੇ ਜੀ। ਲੋਕਾਂ ਦੇ ਚੱਲਦੀ ਵੀ ਆ ਜੀ ਭਾਈ ਤੁਸੀਂ ਕਹਿੰਦੇ ਹੋ ਫੀਡ ਨਹੀਂ ਪਾਣੀ, ਫੀਡ ਪਾ ਰਹੇ ਹੋ। ਕੋਈ ਗੱਲ ਨਹੀਂ। ਕਿੰਨੇ ਖਾ ਲੈਣਗੇ? ਓਹੋ ਕਿੰਨੇ ਖਾ ਲੈਣਗੇ ਫੀਡ? ਚੁੱਕ ਦਿਓ ਫਿਰ ਤਾਂ ਨਾ ਖਾ ਲਈ। ਕੋਈ ਗੱਲ ਨਹੀਂ ਫਿਰ ਕੀ ਹੋਊਗੀ। ਦੇਖੋ ਜੀ ਸਾਡਾ ਬੰਦਾ ਫੀਡ ਪਾ ਕੇ ਫੇਰ ਮਾਲ ਖੜਦਾ। ਚੱਲਣਗੇ ਦੂਸਰੇ ਫੇਰੀ ਬਣਾਉਂਗਾ। ਜੀ ਤਾਂ ਦੋਸਤੋ ਅਗਰ ਮਾਲ ਚੂਚਾ ਵੀ ਨਹੀਂ ਵਿਕਦਾ ਪਿਆ ਇਸ ਵਕਤ। ਅਗਰ ਮਾਲ ਅਲਹਮਦੁਲਿਲਾ ਰਜ਼ਾਨੇ ਹੀ ਜਾ ਰਹੇ ਬਾਜੀ ਤੁਹਾਡੀ ਕੀ ਬਾਤ। ਇਹ ਇੱਕ ਬਾਰਿਸ਼ ਪਈ ਤੇ ਸਾਡਾ ਕੰਮ ਹੋਰ ਸਪੀਡ ਚ ਹੋਈ। ਮਾਸ਼ਾਅੱਲਾ ਅੱਲਾਹ। ਲੋ ਜੀ ਦੋਸਤੋ ਅਗਰ ਮਾਲ ਘੱਟ ਹੋ ਜੇ ਤੇ ਉਹਨੂੰ ਫੜਨਾ ਕਿੰਜਾ ਹੱਥ ਨਹੀਂ ਆਉਂਦਾ ਤੇ ਭਾਈ ਹੁਣੀ ਕਹਿੰਦੇ ਜਿਹਨੂੰ ਪੱਲੀ ਲਾਓ, ਪੱਲੀ ਲਾ ਕੇ ਉਹਨੂੰ ਸਾਰਾ ਮਾਲ ਫੜਨਾ ਜੀ। ਇਹ ਸਾਰਾ ਇੱਧਰ ਆ ਗਿਆ ਜੀ, ਉਧਰ ਕੱਢਾਂ। ਇੱਕ ਮਿੰਟ ਖਲੋ ਜਾਓ, ਮੈਨੂੰ ਮਾਲ ਇੱਧਰ ਕਰ ਲੈਂਦਾ ਫਿਰ ਲਾਇਆ ਪੱਲੀ। ਲਾਈ ਉਧਰ ਜੀ ਦੋਸਤੋ ਚੈੱਕ ਕਰੋ ਸਾਡਾ ਮਾਲ। ਚਲੋ ਬਦਤਮੀਜ਼ ਬਦਤਮੀਜ਼ ਬਦਤਮੀਜ਼ੀ ਨਾ ਕਰੋ ਤੇ ਆਪਣੇ ਉਹਨੂੰ ਛੁੜਿਆ। ਭਾਜੀ ਇਹ ਕਿੰਨਾ ਮਾਲ ਹੋਏਗਾ ਟੋਟਲ ਪਿੱਛੇ? ਹੈ 300 ਜਾਨਵਰ ਹੋਏਗਾ। 300 ਜਾਨਵਰ ਇਨਸ਼ਾਅੱਲਾ। ਮਾਲ ਬਥੇਰਾ ਅੱਲਾ ਖੈਰ ਕਰੇ ਇਨਸ਼ਾਅੱਲਾ। ਵੇਖਣ ਕੀ ਆਓ ਫੜੋ। ਲਓ ਜੀ ਪੱਲੀ ਫੜੀਏ ਅਸੀਂ ਨਾਲ ਤੇ ਆਏ ਤੇ ਦੋ ਕੀ ਗੱਲ ਆ? ਕੀ ਗੱਲ ਆ ਜੀ? ਮਾਸ਼ਾਅੱਲਾ ਮਾਲ ਚੈੱਕ ਕਰੋ, ਮਾਲ ਚੈੱਕ ਕਰੋ। ਇੱਕੋ ਜਿਹਾ ਮਾਲ ਹੈ ਜੀ, ਇੱਕੋ ਜਿਹਾ ਮਾਲ ਹੈ। ਤੇ ਭਾਜੀ ਆ ਪੱਲੀ ਤਾਂ ਕਰੋ ਆਪਣੀ। ਰੱਖ ਲੈਣੇ ਵਿੱਚ
ਹਾਂਜੀ ਯਾਰ ਨਹੀਂ ਯਾਰ ਕਿੰਨੇ ਨੇ ਇੱਕ ਹੀ ਆ ਹੁਣ ਨਹੀਂ ਯਾਰ ਭਾਜੀ ਇਹ ਫਨੀ ਬੰਦਾ ਤੁਹਾਡੇ ਯਾਰ ਕੀ ਗੱਲ ਆ ਯਾਰ ਹਾਂ ਜੀ ਤਾਂ ਦੋਸਤੋ ਚੈੱਕ ਕਰੋ ਭਾਅ ਬੱਗੇ ਹੁਣ ਦੇ ਹੱਥ ਚੂਚਾ ਲੈ ਲੋ ਕਰ ਲੋ ਗੱਲ ਹਾਂ ਨਹੀਂ ਜੀ ਇਹ ਤੇ ਧੋਖਾ ਹੋਇਆ ਨਾ ਚੂਚਾ ਫੜ ਕੇ ਦੱਸੋ ਤੁਸੀਂ ਸਾਡਾ ਖੋਲੀਏ ਲੋ ਜੀ 10 ਚੂਚੇ ਹੁਣ ਜਾ ਕੇ ਇਹਨਾਂ ਦਾ ਵਜ਼ਨ ਕਰੀਏ ਵਜ਼ਨ ਕਿੰਨਾ ਹੁੰਦਾ ਤੇ ਬਾਕੀ ਫਿਰ ਸਾਰਾ ਤੋਲ ਕੇ ਇਨਸ਼ਾਅੱਲਾ ਤੁਹਾਨੂੰ ਦੱਸਣੇ ਕਿੰਨਾ ਕਿਉਂਕਿ ਭਾਈ ਉਹਨਾਂ ਦੇ ਹੱਥ ਨਹੀਂ ਆ ਰਿਹਾ ਇਹ ਅਸੀਂ ਨਾਲ ਇਹਨਾਂ ਦੇ ਫੜਗਾਈਏ ਹੁਣ ਚੂਜਾ ਹਾਂ ਸਾਡੇ ਜੀ 12 ਕਿਲੋ 800 ਗ੍ਰਾਮ ਦੀ ਐਵਰੇਜ ਆਈ ਆ 90 ਗ੍ਰਾਮ ਦਾ ਥੋੜਾ ਕੱਢ ਲਓ ਭਾਜੀ ਕਿਹਦਾ ਮਾਲ ਆ ਸਾਡਾ ਮਾਲੇ ਤੁਹਾਡੇ ਖਾਣੇ ਸੋਹਣਾ ਹੈ ਜੀ ਮਾਲੇ ਵਾਲਾ ਹੈ ਯਾਰ ਇਹ ਸਾਥ हाथ रख के ले हाथ रख ਲਓ ਜੀ ਅਜੇ ਹੈ 10 ਹੋ ਗਏ 10 ਤੇ 1200 ਗ੍ਰਾਮ ਦੀ ਐਵਰੇਜ 1200 ਉੱਤੇ 1200 ਤੋਂ ਉੱਤੇ ਹੈ ਜੀ 400 1200 ਉੱਤੇ 12400 12700 12700 ਠੀਕ ਹੋ ਗਏ 1200 ਆ ਜਾਓ ਜੀ ਜੀ ਤਾਂ ਦੋਸਤੋ ਬਾਕੀ ਤੁਹਾਨੂੰ ਨਾਲ ਦੱਸਨੇ ਅਸੀਂ ਜਰਾ ਨੂੰ ਭਾਈ ਬੱਗੇ ਨਾਲ ਚੂਚੇ ਫੜਗਾ ਲਈਏ ਅੱਗੇ ਤੁਸੀਂ ਦੇਖ ਹੀ ਲਿਆ ਕਿ ਕਿੰਨੇ ਕੁ ਫੜ ਲੈਣੇ ਇਹਨਾਂ ਨੇ ਜੀ ਤਾਂ ਦੋਸਤੋ ਆ ਦੂਸਰੀ ਸਾਡੀ ਧਰਨ ਆ ਗਈ ਹੈ ਜੀ ਰੱਖੋ ਜੀ ਇਹ ਹੈ ਜੀ ਸਪੈਸ਼ਲ ਮੁਰਗੀ ਸਾਡੇ ਸ਼ੈਡ ਦੀ ਅੱਛਾ ਇਹ ਵੀ 10 ਜੀ ਇਹ 12 6 12 7 12 12 4 ਨਹੀਂ ਯਾਰ ਸਵਾ ਕਿਲੋ ਵਜ਼ਨ ਘਟ ਜਾਂਦਾ ਠੀਕ ਹੈ 12 4 ਹੌਲੇ ਪਾਇਆ 12 4 ਕਰ ਦਿਓ ਜੀ ਆਓ ਜੀ 12 7 ਫੜੇ ਪੁਆਣ ਦੇ ਬਣਾ ਆਓ ਜੀ ਮੈਂ ਟਾਈਮ ਤੇ ਨਾ ਮਾਲ ਲੈ ਕੇ ਜਾਂਦਾ ਸਾਡਾ ਵੀ ਕਿ ਨਹੀਂ ਹਾਂਜੀ ਗੱਲ ਹੈ ਡੰਗਾ ਹੀ ਪਹਿਲੇ ਜੀ ਘਰ ਜੀ ਕੋਈ ਨਹੀਂ
ਲਓ ਜੀ ਸਾਡੀ ਦੂਸਰੀ ਧਾਰ ਨਹੀਂ ਹੈਗੀ ਕੰਪਲੀਟ 20 ਚੂਜ਼ੇ ਆ ਗਏ ਜੀ ਵਿੱਚ ਹਲੋ ਤੀਸਰੀ ਧਾਰ ਨੂੰ ਭਾਈ ਬੱਗੂ ਨਹੀਂ ਲੱਗੇ ਨੇ ਫੜਨ ਖੈਰ 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 ਵੀਰ ਦੀ ਫੜ ਲਿਆ ਜੀ ਫੜ ਲਿਆ ਇਹ ਭਾਜੀ ਤੁਹਾਡਾ ਸਭ ਕੁਝ ਰਿਕਾਰਡ ਹੋ ਰਿਹਾ ਕਿ ਤੁਹਾਡੇ ਕੋਲ ਇੱਕ ਚੂਚਾ ਨਹੀਂ ਫੜਕਾਉਂਦਾ 18 ਸਾਲ ਦਾ ਤਜਰਬਾ ਤੇ ਚੂਚੇ ਮੇਰੇ ਦੇ ਪੰਜ ਹੋ ਗਏ ਲਓ ਜੀ ਬਸ ਪੰਜ ਹੋਰ ਖਾੜੀ ਯਾਰ ਉਹ ਤੇ 4 ਗ੍ਰਾਮ ਦੇ ਫੰਗ ਪਏ ਦੇ ਚਲੋ ਰੱਖੋ 5 ਚੂਜ਼ੇ ਦੇ ਵਜ਼ਨ 6 ਕਿਲੋ 6 ਕਿਲੋ 200 1300 ਗ੍ਰਾਮ ਦੀ ਐਵਰੇਜ ਆ ਰਹੀ ਹੈ ਜੀ ਸਾਡੇ ਮਾਲ ਦੀ ਮਾਸ਼ਾਅੱਲਾ ਸਾਡੇ ਮਾਲ ਦੀ 1300 ਗ੍ਰਾਮ ਦੀ ਐਵਰੇਜ ਅੱਲਾ ਖੈਰ ਕਰੇ ਤੇ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਸੇ ਨਾਲ ਅਸੀਂ ਜ਼ਿਆਦਾ ਚਾਹਾਂਗੇ ਅੱਲਾ ਹਾਫਿਜ਼